ਅਸੀਂ ਚੂੜਕਾਣੇ ਆਏ ਹਾਂ ਗੁਰਦੁਆਰਾ ਸੱਚਾ ਸੌਦਾ, ਕਿਉਂਕਿ ਸਾਡੇ ਪੂਰਵਜਾਂ ਦੇ ਦੱਸਣ ਮੁਤਾਬਕ ਚੂੜ ਸਾਡੇ ਬਜ਼ੁਰਗ ਦਾ ਨਾਮ ਸੀ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੀਆਂ ਗੱਲਾਂ ਨੇ ਇਹ। ਉਸ ਤੋਂ ਬਾਅਦ ਸਾਡੇ ਬਜ਼ੁਰਗ ਇਸ ਪਿੰਡ 'ਚ ਰਹੇ, ਪਿਤਾ ਜੀ ਦੱਸ ਰਹੇ ਨੇ, ਉਹਨਾਂ ਨੇ ਵੀ ਸੁਣਿਆ ਅੱਗੇ ਇਹ ਟਿੱਬਾ ਸੀ। ਇਸ ਟਿੱਬੇ ਨੂੰ ਉੱਚਿਆਂ ਕਰਕੇ ਇਹ ਜਿੰਨੇ ਪਿੰਡ ਚੂੜਕਾਣੇ 'ਚੋਂ ਨਿਕਲੇ, ਇਹਨਾਂ ਸਾਰਿਆਂ ਇਸ ਸਥਾਨ ਨੂੰ ਕਾਇਮ ਕੀਤਾ। ਪਿਤਾ ਜੀ ਸਾਡੇ ਨਾਲ ਆਏ ਨੇ। ਅੱਜ ਮੈਂ ਆਪਣੇ ਪੂਰਵਜਾਂ ਦੀ ਬਜ਼ੁਰਗਾਂ ਦੀ ਧਰਤੀ 'ਤੇ ਆਇਆ ਹਾਂ। ਸੱਚ ਇਹ ਵੇ, ਸਾਡੇ ਜਿਸਮ 'ਚ ਜਿਹੜਾ ਖੂਨ ਹੈ ਉਸ ਦਾ ਸੰਬੰਧ ਇਸ ਮਿੱਟੀ ਦੇ ਨਾਲ, ਤੇ ਅਸੀਂ ਆਪਣੀਆਂ ਜੜ੍ਹਾਂ ਨੂੰ, ਆਪਣੀ ਮਿੱਟੀ ਨੂੰ ਇੱਕ ਤਾਂ ਚਲੋ ਸੰਸਾਰੀ ਤੌਰ 'ਤੇ ਨਹੀਂ ਭੁੱਲ ਸਕਦੇ ਕਿਉਂਕਿ ਸਾਡੇ ਬਜ਼ੁਰਗ ਇੱਥੋਂ ਗਏ ਆ। ਦੂਜਾ, ਸਾਡੀਆਂ ਜੜ੍ਹਾਂ ਰੂਹਾਨੀਅਤ ਦੀਆਂ ਇਸ ਧਰਤੀ 'ਤੇ ਨੇ। ਇਸ ਧਰਤੀ 'ਤੇ ਗੁਰੂ ਨਾਨਕ ਸਾਹਿਬ ਨੇ ਗਰੀਬ ਨਵਾਜੀ ਕੀਤੀ। तारा सिंह दा पोतरा, रतन सिंह दा पुत्र तारा सिंह दा पोतरा। अच्छा हां मैनू वाले घर दा बंदा कल मैनू घर वाला विखा अपना, मैं घर वेखण आया वां। किदा घर देख ले? रतन सिंह जानना है? तारा सिंह जिधर बशेरे के गली में जाती है, घर सी साडा चढ़ते पासे आहो चढ़ते पासे के शेरा तेली सी ना, बाबा शेरा सोना खियाना जिउना उहदे पुत्र सन, उस गली दे नाल साडा घर सी। ये जिथे खोखर वाली गली जे तुसी ना ओ तुझे मैं तो बास हूं, मैंने दसो तुसी मैं पहुंचा देना मेहमान बोले। हां जी बोले बाबा हो जी चढ़ते पासे गया जेड़ा आहो हां जी उस बाजारे नु पा
ਕਿ ਉਹਦੇ ਗਿਆ ਤੋੜ ਦੇ ਦੇ ਫਿਰ ਕਿ ਦੇ ਦੇ ਨੂੰ ਉੱਥੇ ਪਤਾ ਲੱਗਣਾ ਹੈ। ਜਿਹੜਾ ਜੂਸੇ ਖੋਖੋ ਗਿਆ ਕਰਾਂ ਉਹ ਚੰਦ ਘਰ ਕੋਲ ਚੁਕਾਰਾ ਹੁਣ ਤੋੜ ਦੇ ਬਾਬਾ ਹੱਦਾਂ ਸਰਹੱਦਾਂ ਨੂੰ, ਤੇਰਾ ਨਨਕਾਣਾ ਤੂੰ ਸੀਨੇ ਨੂੰ ਪਾਉਂਦਾ। ਉਸ ਵਣ ਥੱਲੇ ਬੈਠਣ ਨੂੰ ਚਿੱਤ ਕਰਦਾ, ਜਿੱਥੇ ਬੈਠ ਤੂੰ ਰੱਬੀ ਗੀਤ ਸੀ ਗਾਉਂਦਾ। ਜਿਸ ਥਾਂ ਤੇ ਤੁਸੀਂ ਲਿਖੀ ਸੀ ਫੱਟੀ, ਸਾਨੂੰ ਉਸ ਦੇ ਦੀਦਾਰ ਕਰਾ ਦੇ। ਸਾਡੀ ਦਿਲ ਦੀ ਫੱਟੀ ਤੇ ਬਾਬਾ ਪੂਰਨੇ ਸਿਫਤ ਸਲਾਹ ਦੇ ਪਾ ਦੇ। ਉਜੜੇ ਖੇਤ ਤੂੰ ਹਰੇ ਸੀ ਕਰਦਾ, ਖਾਲੀ ਊਣੇ ਵੀ ਤੂੰ ਭਰ ਦਿੰਦਾ। ਮੁਖ ਤੇਰੇ ਤੇ ਧੁੱਪ ਜਦ ਆਉਂਦੀ, ਸਰਪ ਛਾਂ ਮੁਖ ਤੇਰੇ ਤੇ ਕਰ ਦਿੰਦਾ। ਰਾਏ ਬੁਲਾਰ ਤੇਰਾ ਹੋਇਆ ਮੁਰੀਦ, ਮਰਦਾਨਾ ਤੇਰੇ ਹੀ ਸੋਹਲੇ ਗਾਉਂਦਾ ਸੀ। ਪੰਡਤ ਮੌਲਵੀ ਵੈਦ ਤੇ ਪਾਂਦਾ, ਹਰ ਕੋਈ ਨਾਨਕ ਨਾਨਕ ਧਿਆਉਂਦਾ ਸੀ। ਚੋਹੜ ਕਾਣੇ ਦੀ ਧਰਤ ਮੇਰੇ ਬਾਬਾ, ਜਿੱਥੇ ਤੂੰ ਸੱਚ ਦਾ ਸੌਦਾ ਕੀਤਾ ਸੀ। ਮੇਰੇ ਵੱਡੇ ਵਡੇਰੇ ਉਸ ਧਰਤ ਦੇ ਜਾਏ, ਉਹਨਾਂ ਨੀਰ ਉਥੋਂ ਦਾ ਪੀਤਾ ਸੀ। ਅੱਜ ਵੀ ਉਹ ਧਰਤ ਉਡੀਕ ਦੀ ਆਖੇ, ਮੇਰੇ ਜਾਇਆਂ ਦੇ ਜਾਏ ਕਦੇ ਤਾਂ ਆਵਣਗੇ। ਜਿਨ੍ਹਾਂ ਵਣਾ ਥੱਲੇ ਤੋਂ ਸੱਚੇ ਸੌਦੇ ਸੀ ਕੀਤੇ, ਉਥੇ ਗੀਤ ਤੇਰੀ ਸਿਫਤ ਦੇ ਗਾਵਣਗੇ। ਦੂਰ ਤਾਂ ਨਹੀਂ ਇਹ ਧਰਤ ਮੇਰੇ ਬਾਬਾ, ਪਰ ਸਿਆਸਤ ਨੇ ਦੂਰੀ ਪਾ ਦਿੱਤੀ। ਦੋਵੇਂ ਪੰਜਾਬ ਮਿਲਣ ਨੂੰ ਤੜਫਣ, ਪਰ ਲਕੀਰ ਸਰਹੱਦ ਨੇ ਪਾ ਦਿੱਤੀ। ਹੁਣ ਤੋੜ ਦੇ ਬਾਬਾ ਹੱਦਾਂ ਸਰਹੱਦਾਂ ਨੂੰ, ਤੇਰਾ ਨਨਕਾਣਾ ਤੂੰ ਸੀਨੇ ਨੂੰ ਪਾਉਂਦਾ। ਉਸ ਵਣ ਥੱਲੇ ਬੈਠਣ ਨੂੰ ਚਿੱਤ ਕਰਦਾ, ਜਿੱਥੇ ਬੈਠ ਤੂੰ ਰੱਬੀ ਗੀਤ ਸੀ ਗਾਉਂਦਾ। ਸਿੱਖ ਕੌਮ ਦਾ ਮਾਣ ਪੰਥ ਰਤਨ ਗਿਆਨੀ ਪਿੰਦਰ ਪਾਲ ਸਿੰਘ ਜੀ ਦੀ ਮਹਾਨ ਸ਼ਖਸੀਅਤ ਤੋਂ ਅੱਜ ਪੂਰੀ ਕੌਮ ਹੀ ਵਾਕਿਫ ਹੈ। ਵੈਸੇ ਤਾਂ ਆਪ ਜੀ ਦਾ ਜਨਮ ਠਰਵਾ ਮਾਜਰਾ, ਤਹਿਸੀਲ ਅਸੰਧ, ਜ਼ਿਲ੍ਹਾ ਕਰਨਾਲ ਵਿਖੇ ਸਨ 1966 ਨੂੰ ਸਰਦਾਰ ਹਰਦਿਆਲ ਸਿੰਘ ਜੀ ਦੇ ਘਰ ਹੋਇਆ। ਪਰ ਆਪ ਜੀ ਦੇ ਵਿਚਾਰ, ਅਹਿਸਾਸਾਤ ਤੇ ਜਜ਼ਬਾਤ ਨੇ ਆਪ ਜੀ ਨੂੰ ਹਮੇਸ਼ਾ ਆਪਣੇ ਜੱਦੀ ਪਿੰਡ ਮੰਡੀ ਚੂੜਕਾਣਾ ਨਾਲ ਜੋੜੇ ਰੱਖਿਆ, ਕਿਉਂਕਿ ਆਪ ਜੀ ਦੇ ਪਿਤਾ ਸਰਦਾਰ ਹਰਦਿਆਲ ਸਿੰਘ ਜੀ ਦਾ ਜਨਮ ਸਨ 1935 ਨੂੰ ਸਰਦਾਰ ਰਤਨ ਸਿੰਘ ਜੀ ਦੇ ਘਰ ਮੰਡੀ ਚੂੜਕਾਣਾ ਵਿਖੇ ਹੋਇਆ। ਰਤਨ ਸਿੰਘ ਜੀ ਦੇ ਦਾਦਾ ਸਰਦਾਰ ਜਵੰਤ ਸਿੰਘ ਮੰਡੀ ਚੂੜਕਾਣਾ ਦੇ ਮੰਨੇ ਪਰਮੰਨੇ ਸ਼ਖਸ ਸਨ। ਉਸ ਵੇਲੇ ਮੰਡੀ ਚੂੜਕਾਣਾ ਦੀਆਂ 3 ਪਤੀਆਂ ਸਨ, ਜਿਸ ਵਿੱਚ ਢੱਲੇ ਕੇ, ਸੌਣ ਕੇ ਅਤੇ ਸੇਰੋ ਕੇ। ਜਵੰਤ ਸਿੰਘ ਅਤੇ ਉਹਨਾਂ ਦੇ ਪੁੱਤਰ ਸਰਦਾਰ ਪ੍ਰਤਾਪ ਸਿੰਘ, ਸਰਦਾਰ ਤਾਰਾ ਸਿੰਘ ਅਤੇ ਸਰਦਾਰ ਗੁਲਾਬ ਸਿੰਘ ਜੀ ਸੌਣ ਕੇ ਵਿੱਚ ਹੀ ਰਹਿੰਦੇ ਸਨ। ਪ੍ਰਤਾਪ ਸਿੰਘ ਜੀ ਦੇ ਘਰ
ਸਰਦਾਰ ਕਪੂਰ ਸਿੰਘ, ਸਰਦਾਰ ਸਿਓਲ ਸਿੰਘ, ਸਰਦਾਰ ਸੁੱਚਾ ਸਿੰਘ ਅਤੇ ਸਰਦਾਰ ਤੇਜਾ ਸਿੰਘ ਜੀ ਨੇ ਜਨਮ ਲਿਆ। ਸਰਦਾਰ ਤੇਜਾ ਸਿੰਘ ਉਹੀ ਮਹਾਨ ਸ਼ਖਸ ਹਨ ਜਿਨ੍ਹਾਂ ਨੇ ਮਹੰਤਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਦਰਬਾਰ ਸਾਹਿਬ ਤੇ ਨਨਕਾਣਾ ਸਾਹਿਬ ਮਹੰਤਾਂ ਕੋਲੋਂ ਛੁਡਾਉਣ ਵਿੱਚ ਅਹਿਮ ਕਿਰਦਾਰ ਅਦਾ ਕੀਤਾ। ਸਰਦਾਰ ਤੇਜਾ ਸਿੰਘ ਨਨਕਾਣਾ ਸਾਹਿਬ ਦੇ ਪ੍ਰਧਾਨ ਵੀ ਰਹੇ। ਤੇਜਾ ਸਿੰਘ ਨੇ ਹੀ ਆਪਣੇ ਚਾਚਾ ਸਰਦਾਰ ਤਾਰਾ ਸਿੰਘ ਦੇ ਪੂਰੇ ਹੋਣ ਤੋਂ ਬਾਅਦ ਉਹਨਾਂ ਦੇ ਪੁੱਤਰ ਸਰਦਾਰ ਰਤਨ ਸਿੰਘ ਦੀ ਪਰਵਰਿਸ਼ ਕੀਤੀ। ਸਰਦਾਰ ਰਤਨ ਸਿੰਘ ਪਿੰਦਰਪਾਲ ਸਿੰਘ ਜੀ ਦੇ ਦਾਦਾ ਜੀ ਹਨ, ਜਿਨ੍ਹਾਂ ਦੇ ਅੱਗੇ 4 ਪੁੱਤਰਾਂ ਵਿੱਚੋਂ ਸਰਦਾਰ ਤਰਲੋਕ ਸਿੰਘ, ਸਰਦਾਰ ਹਰਦਿਆਲ ਸਿੰਘ, ਸਰਦਾਰ ਕਮਰਜੀਤ ਸਿੰਘ ਅਤੇ ਯਾਦਵਿੰਦਰ ਸਿੰਘ ਜੀ ਹਨ। ਗਿਆਨੀ ਪਿੰਦਰਪਾਲ ਸਿੰਘ ਜੀ ਸਰਦਾਰ ਹਰਦਿਆਲ ਸਿੰਘ ਜੀ ਦੇ ਪੁੱਤਰ ਹਨ ਅਤੇ ਹਰਦਿਆਲ ਸਿੰਘ ਜੀ ਦੇ ਇੱਕ ਹੋਰ ਵੀਰ ਸਰਦਾਰ ਤਰਲੋਕ ਸਿੰਘ ਜੀ ਦੇ ਸਪੁੱਤਰ ਸੰਤ ਗਿਆਨੀ ਅਮੀਰ ਸਿੰਘ ਜੀ ਹਨ। ਪੰਜਾਬ ਦੀਆਂ ਜੜ੍ਹਾਂ ਬਹੁਤ ਹੀ ਡੂੰਘੀਆਂ ਹਨ ਔਰ ਇਹਨਾਂ ਹੀ ਜੜ੍ਹਾਂ ਨੂੰ ਲੈ ਕੇ, ਇਹਨਾਂ ਹੀ ਸਾਂਝਾਂ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਮੰਡੀ ਚੂੜਕਾਣਾ, ਜਿਹਦਾ ਬਾਅਦ ਦੇ ਵਿੱਚ ਨਾਮ ਪਿਆ ਸੱਚਾ ਸੌਦਾ ਔਰ ਮੌਜੂਦਾ ਨਾਮ ਹੈ ਫਾਰੂਕਾਬਾਦ। ਇਹ ਪਿੰਡ ਹੈ ਸਾਡੇ ਬਹੁਤ ਹੀ ਮਹਾਨ ਕਥਾਵਾਚਕ ਜਨਾਬ ਗਿਆਨੀ ਪਿੰਦਰਪਾਲ ਸਿੰਘ ਜੀ ਦਾ। ਮੇਰੇ ਵਾਸਤੇ ਬਹੁਤ ਹੀ ਮਹਾਨ ਔਰ ਵੱਡੀ ਗੱਲ ਹੈ ਕਿ ਮੈਂ ਇਹਨਾਂ ਦੇ ਅੱਜ ਮੂਹਰੇ ਖਲੋਤਾ ਹੋਇਆ ਵਾਂ ਔਰ ਅੱਜ ਅਸੀਂ ਇਹਨਾਂ ਨੂੰ ਲੈ ਕੇ ਆਏ ਸੀ ਇਹਨਾਂ ਦਾ ਪਿੰਡ। ਸੋ ਆਓ ਇਹਨਾਂ ਨਾਲ ਗੱਲਬਾਤ ਦੀ ਸਾਂਝ ਕਰਦੇ ਹਾਂ ਔਰ ਪੁੱਛਦੇ ਹਾਂ ਇਹਨਾਂ ਕੋਲ ਕਿ 72 ਸਾਲਾਂ ਬਾਅਦ ਇਹਨਾਂ ਦੇ ਜਿਹੜੇ ਪਿਤਾ ਜੀ ਨੇ ਉਹਨਾਂ ਨੂੰ ਲੈ ਕੇ ਆਪਣੇ ਪਿੰਡ ਪਹੁੰਚੇ ਨੇ, ਇਹਨਾਂ ਦੇ ਕੀ ਵਿਚਾਰ ਨੇ ਦੋਵਾਂ ਪੰਜਾਬਾਂ ਬਾਰੇ, ਪੰਜਾਬੀ ਮਾਂ ਬੋਲੀ ਬਾਰੇ ਅਤੇ ਪੰਜਾਬੀਅਤ ਬਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਤੇ ਆਪ ਜੀ ਦਾ ਬਹੁਤ ਧੰਨਵਾਦ ਕਿ ਸਾਨੂੰ ਤੁਸੀਂ ਇਸ ਲਾਇਕ ਸਮਝਿਆ ਔਰ ਆਪਣੇ ਨਾਲ ਇੱਥੇ ਤੱਕ ਤੁਸੀਂ ਲੈ ਕੇ ਆਏ ਹੋ। ਕਿਸ ਤਰ੍ਹਾਂ ਲੱਗ ਰਿਹਾ ਹੈ, ਕੀ ਤੁਹਾਡੇ ਜਜ਼ਬਾਤ ਹਨ ਔਰ ਇੱਥੇ ਆਉਣ ਤੋਂ ਪਹਿਲੇ ਕੀ ਖੁਆਇਸ਼ ਸੀ ਤੁਹਾਡੀ ਇੱਥੇ ਆਉਣ ਵਾਸਤੇ? ਵੈਸੇ ਤਾਂ ਮੇਰੇ ਪਿਤਾ ਜੀ ਬਜ਼ੁਰਗ ਮੇਰੇ ਨਾਲ ਆਏ ਆ, ਜੀ ਮੇਰੇ ਮਾਤਾ ਜੀ ਆਏ ਆ, ਚਾਚਾ ਜੀ, ਇਹ ਬਹੁਤ ਸਾਡੇ ਵੱਡੇ ਸਿੱਖੀਜ਼ਮ 'ਚ ਬਹੁਤ ਵੱਡੀ ਉੱਚੀ ਥਾਂ ਹੈ ਇਹਨਾਂ ਦੀ। ਰੂਹਾਨੀਅਤ ਵਜੂਦ ਹੈ ਗਿਆਨੀ ਅਮੀਰ, ਸੰਤ ਗਿਆਨੀ ਅਮੀਰ ਸਿੰਘ, ਇਹ ਸਾਡੇ ਤਾਇਆ ਜੀ ਦੇ ਬੇਟੇ ਨੇ। ਅੱਛਾ। ਮੇਰੇ ਪਿਤਾ ਜੀ ਦੇ ਵੱਡੇ ਭਰਾਤਾ ਦੇ ਬੇਟੇ ਨੇ। ਅੱਛਾ। ਇਹ ਸਾਡਾ ਜੱਦੀ ਪੁਸ਼ਪੀ ਪਿੰਡ ਸੀ। ਅੱਛਾ। ਸਾਡੇ ਬਜ਼ੁਰਗ ਇੱਥੇ ਰਹਿੰਦੇ ਸਨ। ਪਿਤਾ ਜੀ ਆਏ ਨੇ ਪਹਿਲਾਂ, ਇਹ ਘਰ ਚਲੇ ਗਏ ਸੀ। ਸਾਡੀ ਇੱਛਾ ਸੀ ਵੀ ਇੱਕ ਵਾਰੀ ਆਪਣੇ ਬਜ਼ੁਰਗਾਂ ਦੇ ਇਸ ਪਿੰਡ ਨੂੰ ਜਾ ਕੇ ਵੇਖੀਏ, ਪਰ ਹੁਣ ਜਿਸ ਤਰ੍ਹਾਂ ਮਾਹੌਲ ਪਿੰਡ ਤੇ ਤੁਸੀਂ ਵੇਖ ਲਿਆ, ਘਰ ਨਹੀਂ ਲੱਭਾ, ਲੇਕਿਨ ਅਸੀਂ ਆਪਣੇ ਵੇਖਣ ਵਾਲਿਆਂ ਨੂੰ ਜ਼ਰੂਰ ਆਖਾਂਗੇ ਕਿ ਅਗਰ ਮੰਡੀ ਚੂੜਕਾਣਾ ਫਾਰੂਕਾਬਾਦ ਸੱਚੇ ਸੌਦੇ ਦੇ ਵਿੱਚ ਕੋਈ ਵੀ ਇਹੋ ਜਿਹਾ ਬਜ਼ੁਰਗ ਹੈ, ਜਿਹੜੇ ਬਜ਼ੁਰਗ ਆ ਜੇ ਨਾਮ ਲੈਣਗੇ ਉਹ ਸਾਡੇ ਨਾਲ ਜ਼ਰੂਰ ਰਾਬਤਾ ਕਰਨ ਤਾਂ ਕਿ ਇਹਨਾਂ ਦਾ ਘਰ ਅਸੀਂ ਨਹੀਂ ਲੱਭ ਸਕੇ, ਕੋਸ਼ਿਸ਼ ਕਰਾਂਗੇ ਕਿ ਉਹ ਘਰ ਜ਼ਰੂਰ ਲੱਭੀਏ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲੇ ਤੇ ਆਪਣਾ ਨਾਮ ਦੱਸੋ ਜੀ, ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਹਰਦਿਆਲ ਸਿੰਘ। ਹਰਦਿਆਲ ਸਿੰਘ ਜੀ। ਤੇ ਤੁਹਾਡੇ ਪਿਤਾ ਜੀ ਦਾ ਨਾਮ? ਰਤਨ ਸਿੰਘ। ਰਤਨ ਸਿੰਘ ਜੀ। ਤੁਸੀਂ ਇਸੇ ਹੀ ਪਿੰਡ ਦੇ ਵਿੱਚ ਤੁਹਾਡਾ ਜਨਮ ਹੋਇਆ? ਮੇਰਾ ਜਨਮ 1935 ਚ ਇਸੇ ਪਿੰਡ ਹੋਇਆ। ਅੱਛਾ, 1935, ਮਤਲਬ 11-12 ਸਾਲ ਤੁਸੀਂ ਇਸੇ ਹੀ ਪਿੰਡ 'ਚ ਹਾਂਜੀ, ਗੁਜ਼ਾਰੇ ਸੀ। ਤੇ ਇੱਥੇ ਲੋਕਾਂ ਦਾ ਆਪਸ 'ਚ ਵਸੇਬ ਕਿਸ ਤਰ੍ਹਾਂ ਦਾ ਸੀ? ਬਹੁਤ ਪਿਆਰ, ਬਹੁਤ ਜ਼ਿਆਦਾ ਪਿਆਰ ਸੀ, ਬਹੁਤ ਜ਼ਿਆਦਾ। ਇਹ ਚੀਜ਼ ਦਾ ਪਤਾ ਇਸ ਹੀ ਨਹੀਂ। ਪਿੰਡ ਦੇ ਵਿੱਚ ਸਾਰੇ ਵਾਸਤੇ ਸੀ, ਸਾਰੇ ਹਿੰਦੂ, ਵਾਸਤੇ ਮੁਸਲਮਾਨ, ਸਿੱਖ? ਮੁਸਲਮਾਨ, ਸਿੱਖ ਸਭ ਭਰਾ ਸਭ ਕੋਈ ਐਸੀ ਗੱਲ ਨਹੀਂ। ਅੱਛਾ। ਤੇ ਈਦਾਂ, ਸ਼ਬਰਾਤਾਂ, ਸਭ ਗੁਰਪੁਰਬ? ਧੀਆਂ ਭੈਣਾਂ ਵਿਆਹਾਂ ਦੇ ਇਕੱਠੇ ਜਾਣਾ, ਇਕੱਠੇ ਖਾਣਾ, ਇਕੱਠੇ ਪੀਣਾ, ਕੋਈ ਐਸੀ ਗੱਲ ਨਹੀਂ ਸੀ। ਅੱਛਾ। ਤੇ ਹੁਣ ਉਹ ਵੇਲਾ ਮਿਸ ਕਰਦੇ ਹੋ? ਵੇਲਾ ਮਿਸ ਕਰਕੇ, ਵਿਆਹ ਯਾਦ ਕਰਕੇ ਬਸ ਖਤਮ ਹੋ ਗਿਆ। ਅੱਛਾ। ਅੱਛਾ, ਕੋਈ ਜਿਹੜੇ ਇੱਥੇ ਮੁਸਲਮਾਨ ਵੀਰ ਰਹਿੰਦੇ ਸੀ ਉਹਨਾਂ ਦੇ ਨਾਮ ਕੋਈ ਚੇਤੇ ਨਹੀਂ ਤੁਹਾਨੂੰ? ਬਜ਼ੁਰਗਾਂ ਨਿੱਕਾ ਜਿਹਾ ਤਾਂ ਬਜ਼ੁਰਗਾਂ ਤੋਂ ਸੁਣੇ ਨੇ ਵੀ ਬਈਦੇ ਹਾਂਜੀ। ਸਾਰੇ ਇੱਥੇ ਬਿਰਕ ਰਹਿੰਦੇ ਸਨ। ਅੱਛਾ। ਸੋਹਣਾ ਬਾਉਲ ਕਾਦਰ ਇਸ ਤਰ੍ਹਾਂ ਕਰਕੇ। ਅੱਛਾ। ਬਾਕੀ ਸਾਡੇ ਮਜਾਰੇ ਤੇਲੀ ਸਨ। ਅੱਛਾ। ਬਾਬਾ ਸ਼ੇਰਾ, ਈਦਾ, ਸੂਬਾ, ਕਈ ਘਰ ਸਨ ਹੋਰ। ਅੱਛਾ। ਜੋ ਸਨ। ਅੱਛਾ ਜੀ, ਤੁਹਾਡੇ ਪਿਤਾ ਜੀ ਦਾ ਕੀ ਨਾਮ ਸੀਗਾ? ਸਰਦਾਰ ਤਰਲੋਕ ਸਿੰਘ ਹੈ ਨਾ ਜੀ। ਸਰਦਾਰ ਤਰਲੋਕ ਸਿੰਘ ਜੀ। ਹਾਂਜੀ। ਤੇ ਉਹਨਾਂ ਦਾ ਜਨਮ ਵੀ ਇਸੇ ਪਿੰਡ 'ਚ ਹੋਇਆ ਸੀ? ਹਾਂ, ਇਸ ਪਿੰਡ ਵਿੱਚ ਹੀ ਹੋਇਆ ਇਹਨਾਂ ਦੇ ਉਹਨੂੰ ਅੱਛਾ। ਪਤਾ ਕਦੋਂ ਜਨਮ ਹੋਇਆ। ਤੇ ਇਹਦਾ ਚੌਥੀ ਪਈ ਚੌਥੀ ਅੱਛਾ। ਇਹ ਪੁਰਾਣਾ ਪਿੰਡ ਹੈ ਜਿਵੇਂ ਗਿਆਨੀ ਜੀ ਨੇ ਆਪ ਜੀ ਨੂੰ ਦੱਸਿਆ। ਜੀ ਜੀ। ਅੱਜ ਗੁਰੂ ਸਾਹਿਬ ਜੀ ਦੇ 550 ਸਾਲਾ ਦਰਸ਼ਨ ਕਰਨ ਵਾਸਤੇ ਇੱਥੇ ਆਏ ਔਰ ਸੱਚੇ ਸੌਦੇ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਨਾਲ ਪਿੰਡ ਵਿੱਚ ਅੱਛਾ। ਘੁੰਮ ਕੇ ਇਹ ਬਜ਼ੁਰਗਾਂ ਦਾ ਪੁਰਾਣਾ ਘਰ ਵੇਖਣ ਦੀ ਇੱਛਾ ਸੀ, ਪਰ ਨਹੀਂ ਮਿਲਿਆ। ਚਲੋ ਗਲੀਆਂ ਮੁਹੱਲੇ ਹਾਂਜੀ। ਇਸ ਪਿੰਡ ਦੇ ਵਿੱਚ ਉਹ ਗਲੀਆਂ, ਉਹ ਮੁਹੱਲੇ ਜਿੱਥੇ ਬਾਬਾ ਜੀ ਵੀ ਆਏ ਸਨ ਔਰ ਉਹੀ ਗਲੀਆਂ ਜਿੱਥੇ ਤੁਹਾਡੇ ਵੱਡ ਵਡੇਰੇ ਰਹੇ ਸਨ। ਸੋ ਉਹਨਾਂ ਦੇ ਦਰਸ਼ਨ ਤੇ ਹੋ ਗਏ। ਚਲੋ। ਫਿਰ ਅੱਛਾ, ਪਾਕਿਸਤਾਨ ਕਿਸ ਤਰ੍ਹਾਂ ਦੇਸ਼ ਲੱਗਾ? ਵਧੀਆ ਦੇਸ਼ ਲੱਗਾ? ਵਧੀਆ ਦੇਸ਼। ਬਾਬਾ ਜੀ, ਕੋਈ ਤੁਹਾਡੀ ਖੁਆਇਸ਼ ਪੂਰੀ ਹੋ ਗਈ ਜਿਹੜੀ
ਕਾਫੀ ਸਮੇਂ ਤੋਂ ਖੁਆਈ ਸੀ ਇੱਥੇ ਪੂਰੀ ਹੋ ਗਈ, ਪਰ ਮਕਾਨ ਨਹੀਂ ਲੱਭੇ ਸਾਡੇ। ਮਕਾਨ ਨਹੀਂ ਹੈ। ਜਦੋਂ ਮੈਂ 2 ਚ ਆਇਆ ਸਾਂ ਉਦੋਂ ਕੋਈ ਨਿਸ਼ਾਨੀਆਂ ਆਈ ਸਨ, ਅੱਛਾ ਹੁਣ ਸਭ ਨਿਸ਼ਾਨੀਆਂ ਖਤਮ ਹੋ ਚੁੱਕੀਆਂ। ਬਾਬਾ ਜੀ, ਅਸੀਂ ਵੀਡੀਓ ਰਾਹੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹਨੂੰ ਪਿੰਡ ਦੇ ਵਿੱਚ ਪਹੁੰਚਾਈਏ, ਤੁਹਾਡਾ ਮਕਾਨ ਆਪਾਂ ਜ਼ਰੂਰ ਲੱਭੀਏ, ਤੁਹਾਨੂੰ ਫਿਰ ਸਦਾ ਦਈਏ ਜੀ। ਜੀ ਗਿਆਨੀ ਜੀ, ਤੁਸੀਂ ਕੁਝ ਕਹਿ ਰਹੇ ਸੀ ਜੀ। ਮੈਂ ਹੁਣ ਤੁਹਾਡੀ ਡਿਊਟੀ ਲਾ ਕੇ ਜਾਂਦੇ ਆ ਜੀ ਜੀ ਵੀ ਤੁਸੀਂ ਸਾਨੂੰ ਸਾਡਾ ਘਰ ਲੱਭ ਕੇ ਦਿਓ, ਅਸੀਂ ਆਈਏ। ਇਹ ਸਾਨੂੰ ਸੱਚ ਇਸ ਮਿੱਟੀ 'ਚੋਂ ਸਾਡੇ ਬਜ਼ੁਰਗ, ਸਾਡਾ ਖੂਨ ਜਿਹੜਾ ਹੈ ਉਹ ਇਸ ਮਿੱਟੀ ਨਾਲ, ਇਸ ਪਿੰਡ ਨਾਲ ਜੁੜਿਆ ਹੋਇਆ। ਸਾਡਾ ਚਿੱਤ ਨਹੀਂ ਕਰਦਾ ਸੀ ਵਾਪਸ ਤੁਰੀਏ, ਪਰ ਜੋ ਪਿਆਰ ਸਾਨੂੰ ਸਾਡੇ ਤੁਹਾਡੇ ਪ੍ਰਸ਼ਾਸਨ ਨੇ ਦਿੱਤਾ, ਅਸੀਂ ਸ਼ਬਦ ਪ੍ਰਸ਼ਾਸਨ ਵਰਤਨੇ ਆ। ਸਿਕਿਉਰਿਟੀ ਵਾਲੇ ਵੀਰ ਸਵੇਰ ਦੇ ਸਾਡੇ ਨਾਲ ਘੁੰਮਦੇ ਪਏ ਆ, ਤੇ ਇੱਕ ਦਿਨਾਂ ਦਾ ਤਹਿ ਦਿਲੋਂ ਧੰਨਵਾਦ ਕਰਨੇ ਆ ਪ੍ਰਸ਼ਾਸਨ ਦਾ, ਕਿੰਨੀ ਇਹ ਦਿਲ ਲਾ ਕੇ ਇਹ ਸੰਗਤ ਦੀ ਖਿਦਮਤ ਕਰ ਰਹੇ। ਦੂਜੀ ਗੱਲ ਇਹ ਵੀ ਮੈਂ ਇੱਕ ਜ਼ਰੂਰ ਕਹਾਂਗਾ ਵੀ ਇੱਥੇ ਪੰਜਾਬ 'ਚ ਤੇ ਉੱਥੇ ਪੰਜਾਬ 'ਚ ਮਾਂ ਬੋਲੀ ਨਾ ਮਰਨ ਦਿਓ। ਵਾਹ ਜੀ। ਹਰ ਰੁਤਬਾ ਲਓ, ਤੁਸੀਂ ਉਰਦੂ ਪੜ੍ਹੋ, ਫਾਰਸੀ ਪੜ੍ਹੋ, ਅਰਬੀ ਪੜ੍ਹੋ, ਸਪੈਨਿਸ਼ ਪੜ੍ਹੋ, ਅੰਗਰੇਜ਼ੀ ਪੜ੍ਹੋ, ਪਰ ਜਿਹੜੀ ਮਾਂ ਦੇ ਦੁੱਧ 'ਚ ਤੇ ਮਾਂ ਦੀ ਮਿੱਟੀ 'ਚੋਂ, ਮਾਂ ਧਰਤੀ ਮਿੱਟੀ 'ਚੋਂ ਮਿਲੀ ਹੈ ਨਾ, ਉਹ ਬੋਲੀ ਨਾ ਮਰਨ ਦਿਓ। ਇਸ ਕਰਕੇ ਮੈਂ ਜਦੋਂ ਇਹ ਬੋਲਦੇ ਨੇ ਤੁਹਾਡੇ ਸਿਕਿਉਰਿਟੀ ਵਾਲੇ ਅਸ਼ਰਫ ਵੀਰ ਸਾਰੇ ਬੈਠੇ ਹੋ, ਮੈਂ ਨਾਂ ਲੈ ਦੇਣਾ, ਪਰ ਇਹ ਕੋਈ ਇਹ ਗੱਲ ਨਹੀਂ ਹੈਗੀ ਨਾ। ਇਹ ਜਦੋਂ ਬੋਲਦੇ ਨੇ ਤੇ ਸਾਡੇ ਅੰਦਰੋਂ ਉਹ ਸ਼ਬਦ ਫਿਰ ਜਾਗਦੇ ਨੇ ਜਿਹੜੇ ਅਸੀਂ ਬਜ਼ੁਰਗਾਂ ਤੋਂ ਸੁਣਦੇ ਹਾਂ। ਬਿਲਕੁਲ। ਇਸ ਕਰਕੇ ਚਲੋ ਰੱਬ ਖੈਰ ਕਰੇ, ਇਹ ਵੀ ਸੁਖੀ ਵਸੇ, ਉਹ ਵੀ ਸੁਖੀ ਵਸੇ। ਮੈਂ ਕਹਿੰਦਾ ਇਹ ਤਾਂ ਸਰਹੱਦਾਂ ਬਿਲਕੁਲ ਖਤਮ ਹੋ ਜਾਣ। ਹੁਣ ਇਹ ਸਾਡੇ ਕੋਲ ਇਹ ਆਏ ਨੇ ਸਾਡੇ ਅਧਿਕਾਰੀ ਨੇ ਤੁਹਾਡੇ, ਇਹਨਾਂ ਦਾ ਹੁਸ਼ਿਆਰਪੁਰ, ਤੇ ਮੇਰੇ ਮਨ 'ਚ ਉਦੋਂ ਆ ਰਿਹਾ ਸੀ ਜਿਵੇਂ ਸਾਡੇ ਨਾਲ ਗਲੀ 'ਚ ਘੁੰਮ ਰਹੇ ਨੇ। ਇਹਨਾਂ ਦੇ ਬਜ਼ੁਰਗਾਂ ਦਾ ਦਿਲ ਨਹੀਂ ਕਰਦਾ ਸੀ ਜਾਈਏ, ਟੋਡੂਪੁਰ ਤੋਂ ਨੇ। ਬਿਲਕੁਲ। ਤੇ ਮੈਂ ਕਹਿੰਦਾ ਸਭ ਕੁਝ ਹੱਦਾਂ ਸਰਹੱਦਾਂ ਖੋਲ ਦਿਓ, ਅਸੀਂ ਇੱਕ ਦੂਜੇ ਨੂੰ ਪਿਆਰ ਨਾਲ ਮਿਲ ਸਕੀਏ। ਬਿਲਕੁਲ ਜੀ, ਸਾਡਾ ਵੀ ਦਿਲ ਕਰਦਾ ਸੀ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕੀਏ। ਇੱਥੇ ਬਹੁਤ ਸਾਰੇ ਮੁਸਲਮਾਨ ਵੀਰ ਨੇ ਜਿਹੜੇ ਚਾਹੁੰਦੇ ਨੇ ਕਿ ਉੱਥੇ ਨਿਜ਼ਾਮੁਦੀਨ ਔਲੀਆ ਔਰ ਬਹੁਤ ਸਾਰੇ ਅਜਮੇਰ ਸ਼ਰੀਫ ਉੱਥੇ ਜਾ ਕੇ ਮੱਥਾ ਟੇਕਣ, ਤੇ ਜਿਹੜੇ ਸਾਡੇ ਇੰਡੀਆ 'ਚ ਵੀਰ ਵਸਦੇ ਨੇ ਉਹਨਾਂ ਦਾ ਦਿਲ ਕਰਦਾ ਉਹਨਾਂ ਨਨਕਾਣਾ ਸਾਹਿਬ ਆਉਣ, ਤੇ ਇਹ ਸਰਹੱਦਾਂ ਅਗਰ ਖੁੱਲ ਜਾਣ ਤੇ ਮਾਲਕ ਦੀਆਂ ਬਖਸ਼ਿਸ਼ਾਂ ਹੋ ਜਾਣ। ਦੇਖੋ ਬਾਬਾ ਨਾਨਕ ਨਾ, ਗੁਰੂ ਨਾਨਕ ਸਾਹਿਬ ਨੇ, ਉਹਨੇ ਪੂਰਬ ਤੇ ਪੱਛਮ ਦੀ ਰੂਹਾਨੀਅਤ ਮਿਲਾ ਦਿੱਤੀ। ਵਾਹ ਜੀ। ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਆ, ਉਸ ਵਿੱਚ ਬੰਗਾਲ, ਵੈਸਟ ਬੰਗਾਲ ਦੇ ਵਿੱਚ ਭਗਤ ਜੈਦੇਵ ਉਹਨਾਂ ਦੀ ਬਾਣੀ ਹੈ, ਉਹਨਾਂ ਦਾ ਕਲਾਮ ਹੈ, ਉਹ ਸੰਸਕ੍ਰਿਤ ਹੈ। ਪਰਮਾਤ ਪੁਰਖ ਮਨੋਪਮੰਗ ਸਤ ਆਦ ਪਾਵਰਤਨ। ਇੱਧਰ ਦੇ ਸਾਡੇ ਆਪਣੇ ਕੋ ਬਾਬਾ ਫਰੀਦ ਜੀ। ਬਿਲਕੁਲ। ਹੁਣ ਫਰੀਦ ਤੇ ਜਦੋਂ ਗੁਰੂ ਨਾਨਕ ਆਪਸ 'ਚ ਡਾਇਲਾਗ ਕਰਦੇ ਨੇ, ਹਾਲਾਂ ਬਾਬਾ ਫਰੀਦ ਸਾਹਿਬ ਸ਼ਕਰਗੰਜ, ਉਹ ਤਕਰੀਬਨ 300 ਸਾਲ ਪਹਿਲਾਂ ਬਾਬਾ ਜੀ ਤੋਂ ਹੋਇਆ। ਪਰ ਜਦੋਂ ਉਹ ਆਪਣੀ ਰੂਹਾਨੀਅਤ ਦਾ ਕਲਾਮ ਪੇਸ਼ ਕਰਦੇ ਆ ਤੇ ਉਸ ਵਕਤ ਉਹ ਉਦਾਹਰਨਾਂ ਜਿਹੜੀਆਂ ਸਾਰੀਆਂ ਪੰਜਾਬੀ ਕਲਚਰ ਦੇ ਹੁੰਦੇ ਨੇ। ਜਿਵੇਂ ਅਸੀਂ ਸੋਹਿਲਾ ਸਾਹਿਬ ਰਾਤ ਨੂੰ ਪਾਠ ਕਰਨੇ ਆ ਤੇ ਅਸੀਂ ਪੜ੍ਹਨੇ ਆ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਸਿਸੜੀਆਂ ਜੋ ਵੈ ਸਾਹਿਬ ਸਿਓ ਮੇਲ। ਤੇ ਬਾਬਾ ਫਰੀਦ ਕਹਿੰਦਾ ਹੈ, ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਿਖਾਏ, ਮਲਕ ਜੋ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ ਹੈ। ਜਿੰਦ ਨਮਾਣੀ ਕੱਢੀਆ ਹੱਡਾਂ ਕੂ ਕੁੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ, ਜਿੰਦ ਵੋਟੀ ਮਰਨ ਵਰ ਲੈ ਜਾਸੀ ਪਰਨਾਏ। ਅਗਲੀ ਗੱਲ ਦੇਖੋ, ਗੁਰੂ ਗ੍ਰੰਥ ਸਾਹਿਬ 'ਚ ਇਹ ਵੀਰ ਮੇਰੇ ਬੈਠੇ ਆ ਮੁਸਲਮਾਨ ਵੀਰ, ਇਸਲਾਮ ਨੂੰ ਮੰਨਣ ਵਾਲੇ, ਬਾਬਾ ਫਰੀਦ ਦਾ ਇੱਥੇ ਬੋਲ ਹੈ ਵਿੱਚ ਗੁਰੂ ਗ੍ਰੰਥ ਸਾਹਿਬ ਦੇ, ਉੱਠ ਫਰੀਦਾ ਉਜੂ ਸਾਜ ਸੁਬਾ ਨਿਵਾਜ ਗੁਜਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕਾ ਪੂਤਾ। ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਹ। ਜਿਹੜੀ ਇਬਾਦਤ, ਰੂਹਾਨੀਅਤ, ਸਪਿਰਿਚੁਅਲਿਟੀ ਉਹ ਸਿਰਫ ਇੱਕ ਹੈ, ਬਾਕੀ ਤਾਂ ਆਪੋ ਆਪਣੇ ਰਸਤੇ ਨਾਲ ਤੱਕ ਪਹੁੰਚਣ। ਮੈਂ ਇਸ ਕਰਕੇ ਖੁਸ਼ ਵੀ ਬਹੁਤ ਹਾਂ ਤੇ ਉਦਾਸ ਬਹੁਤ ਹਾਂ। ਖੁਸ਼ ਇਸ ਕਰਕੇ ਮੈਂ ਆਪਣੇ ਬਜ਼ੁਰਗਾਂ ਦੇ ਪਿੰਡ 'ਚ ਆਇਆ, ਉਦਾਸੀ ਤਾਂ ਹੈ ਮੈਂ ਘਰ ਨਹੀਂ ਲੱਭ ਸਕਿਆ। ਹੁਣ ਡਿਊਟੀ ਤੁਹਾਡੀ। ਵਾਹਿਗੁਰੂ ਖਾਲਸਾ। ਵਾਹਿਗੁਰੂ ਜੀ ਕੀ